ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਲਰਨ ਪੰਜਾਬੀ ਵਿੱਚ ਜਗਜੀਤ ਸਰ ਚੈਨਲ ਦੇ ਸਾਰੇ ਵਿਦਿਆਰਥੀਆਂ, ਸਿੱਖਿਆਰਥੀਆਂ, ਅਧਿਆਪਕਾਂ ਦਾ ਸਵਾਗਤ ਹੈ। ਅੱਜ ਅਸੀਂ ਇੱਕ ਵਾਰ ਫਿਰ ਪੇਸ਼ ਹੋਏ ਹਾਂ ਆਪਣੀ ਲਾਜ਼ਮੀ ਪੰਜਾਬੀ 11ਵੀਂ ਜਮਾਤ ਦੀ ਇੱਕ ਹੋਰ ਪਰੀ ਕਥਾ ਲੈ ਕੇ, ਭਾਗ 3 ਵਿੱਚ, ਉਹ ਹੈ ਸਬਜ਼ ਪਰੀ। ਇਸ ਸਬਜ਼ ਪਰੀ ਦੀ ਕਹਾਣੀ ਤੋਂ ਪਹਿਲੇ ਅਸੀਂ ਜੁਗਤਾਂ ਕਰ ਲਈਆਂ। ਜੁਗਤਾਂ ਨੇ ਵੀ ਇਸ ਵਿੱਚ ਜੋ ਨਾਇਕ ਔਰ ਨਾਇਕਾ ਇੱਕ ਦੂਜੇ ਨੂੰ ਮਿਲਣ ਲਈ ਤੁਰਦੇ ਨੇ ਔਰ ਤੁਰਨ ਦੇ ਵਿਚਕਾਰ, ਉਹਨਾਂ ਦੇ ਮਿਲਾਪ ਦੇ ਵਿਚਕਾਰ ਬੜੇ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ। ਉਹਨਾਂ ਰੁਕਾਵਟਾਂ ਨੂੰ ਆਪਣੇ ਨੇਕ ਸੁਭਾਅ, ਆਪਣੀ ਨੇਕ ਨੀਅਤੀ ਕਰਕੇ, ਆਪਣੇ ਗੁਣਾਂ ਕਰਕੇ ਉਹਨਾਂ ਰੁਕਾਵਟਾਂ ਨੂੰ ਪਾਰ ਕਰਦੇ ਜਾਂਦੇ ਨੇ। ਉਧਰ ਕੁਦਰਤ ਦੀਆਂ ਸ਼ਕਤੀਆਂ ਵੱਲੋਂ, ਜਾਨਵਰਾਂ ਵੱਲੋਂ, ਪੰਛੀਆਂ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮਿਲਦੀ ਹੈ ਤੇ ਉਹ ਆਪਣੇ ਉਸ ਮਕਸਦ, ਉਸ ਮਿਲਾਪ ਤੱਕ, ਉਸ ਸੰਪੂਰਨ ਤੱਕ ਪਹੁੰਚਣ ਵਿੱਚ ਕਾਮਯਾਬ ਰਹਿੰਦੇ ਨੇ। ਇਹੀ ਸਾਰੀਆਂ ਜੁਗਤਾਂ ਇਸ ਪਰੀ ਕਥਾ ਸਬਜ਼ ਪਰੀ ਵਿੱਚ ਹਨ। ਅਸੀਂ ਸ਼ੁਰੂ ਕਰਦੇ ਹਾਂ ਵੀ ਇੱਕ ਸਮੇਂ ਇੱਕ ਸੀ ਰਾਜਾ। ਰਾਜੇ ਦੇ 3 ਪੁੱਤਰ ਸੀ, 2 ਵਿਆਹੇ ਸੀ। ਸਭ ਤੋਂ ਛੋਟਾ ਸੀ ਮੀਰਜ਼ਾਦਾ। ਬੜਾ ਸੋਹਣਾ ਸੀ ਔਰ ਬੜੇ ਨੇਕ ਗੁਣਾਂ ਦਾ ਮਾਲਕ ਸੀ। ਐਸੇ ਸਮੇਂ ਜਿਹੜੀਆਂ ਵੱਡੀਆਂ ਭਰਜਾਈਆਂ ਸੀ ਉਹ ਸੋਚਦੀਆਂ ਸੀ, ਇੱਕ ਭਰਜਾਈ ਕਹਿੰਦੀ ਸੀ ਕਿ ਇਸ ਦਾ ਵਿਆਹ ਮੇਰੀ ਭੈਣ ਨਾਲ ਹੋ ਜਾਵੇ। ਭਰਜਾਈ ਦੀ ਇੱਛਾ ਸੀ, ਪਰੰਤੂ ਉਹ ਆਪਣੀ ਭਰਜਾਈ ਦੇ ਕਹਿਣੇ ਵਿੱਚ ਆ ਕੇ ਉਸ ਰਿਸ਼ਤੇ ਤੋਂ ਇਨਕਾਰੀ ਸੀ, ਯਾਨੀ ਉਸ ਰਿਸ਼ਤੇ ਨੂੰ ਨਹੀਂ ਕਰਨਾ ਚਾਹੁੰਦਾ ਸੀ। ਐਸੇ ਸਮੇਂ ਜਿਹੜੀ ਭਰਜਾਈ ਸੀ, ਉਸ ਸਮੇਂ ਕਹਾਣੀ ਪ੍ਰਚਲਿਤ ਸੀ ਵੀ ਸਬਜ਼ ਪਰੀ ਹੈ, ਪਰੀਆਂ ਦੇ ਦੇਸ਼ ਰਹਿੰਦੀ, ਬੜੀ ਸੋਹਣੀ ਹੈ। ਹੁਣ ਜੇ ਮੇਰੀ ਭੈਣ ਨਾਲ ਵਿਆਹ ਨਹੀਂ ਕਰਨਾ, ਉਹਨੇ ਮਿਹਣਾ ਮਾਰਿਆ ਕਿ ਮੈਂ ਵੇਖਾਂਗੀ ਜੇ ਤੂੰ ਸਬਜ਼ ਪਰੀ ਨੂੰ ਵਿਆਹ ਕੇ ਲਾਏਗਾ। ਇਹ ਉਹੀ ਜੁਗਤ ਹੈ ਜਦੋਂ ਰਾਂਝੇ ਦੀਆਂ ਭਰਜਾਈਆਂ ਰਾਂਝੇ ਨੂੰ ਮਿਹਣਾ ਮਾਰਦੀਆਂ ਕਿ ਅਸੀਂ ਤਾਂ ਤੈਨੂੰ ਮੰਨਾਂਗੀਆਂ ਜੇ ਤੂੰ ਸਿਆਲਾਂ ਦੀ ਧੀ ਹੀਰ ਨੂੰ ਵਿਆਹ ਕੇ ਲਿਆਏਗਾ। ਜੁਗਤ ਉਹੀ ਚੱਲਦੀ ਹੈ ਕਿਉਂਕਿ ਉਹ ਵੀ ਕਹਾਣੀ ਹੈ, ਉਹ ਪ੍ਰੇਮ ਕਹਾਣੀ ਹੈ। ਇੱਥੇ ਪਰੀ ਕਥਾਵਾਂ ਜੋ ਬੱਚਿਆਂ ਨੂੰ ਰਾਤ ਸਮੇਂ ਸਿੱਖਿਆ ਦੇਣ ਲਈ ਸੁਣਾਈਆਂ ਜਾਂਦੀਆਂ ਨੇ, ਉਹਨਾਂ ਦੇ ਮਨੋਰੰਜਨ ਲਈ ਸੁਣਾਏ ਜਾਂਦੇ ਨੇ, ਉਹਨਾਂ ਦੇ ਗਿਆਨ ਦਾ ਵਾਧਾ ਕਰਨ ਲਈ, ਅੰਤਰ ਗਿਆਨ ਦਾ ਵਾਧਾ ਕਰਨ ਲਈ, ਇਨਡਾਇਰੈਕਟ ਤੌਰ 'ਤੇ ਸਿੱਖਿਆ ਦੇਣ ਲਈ ਅਪਣਾਈਆਂ ਜਾਂਦੀਆਂ ਨੇ। ਹੁਣ ਉਹਨੇ ਮਨਾ ਕਰ ਦਿੱਤਾ। ਹੁਣ ਜਦੋਂ ਉਹਨੇ ਮਿਹਣਾ ਦਿੱਤਾ ਵੀ ਅਸੀਂ ਤਾਂ ਮੰਨਾਂਗੀਆਂ ਜੇ ਤੂੰ ਸਬਜ਼ ਪਰੀ ਵਿਆਹ ਕੇ ਲਿਆਏਗਾ, ਉਸਨੇ ਪੱਕਾ ਇਰਾਦਾ ਕਰ ਲਿਆ। ਘਰ-ਬਾਰ ਛੱਡ ਕੇ, ਆਪਣਾ ਘੋੜਾ ਲੈ ਕੇ, ਘੋੜਸਵਾਰੀ ਕਰਕੇ ਔਰ ਨਿਕਲ ਪਿਆ ਸਬਜ਼ ਪਰੀ ਦੇ ਦੇਸ਼। ਸਬਜ਼ ਪਰੀ ਕੌਣ ਹੈ, ਕਿੱਥੇ ਰਹਿੰਦੀ, ਇਸ ਬਾਰੇ ਕੋਈ ਗਿਆਨ ਨਹੀਂ। ਜੰਗਲ ਵਿੱਚ ਪਹੁੰਚਦਾ ਹੈ। ਜੰਗਲ ਵਿੱਚ ਜਾ ਕੇ ਇੱਕ ਦਰਖਤ ਹੇਠ ਜਾ ਕੇ ਸੌਂ ਜਾਂਦਾ ਹੈ। ਅਚਾਨਕ ਉਸਨੂੰ ਇੱਕ ਵੱਡੇ ਸੱਪ ਦਾ ਫੁੰਕਾਰਾ, ਯਾਨੀ ਜਦੋਂ ਸੱਪ ਕਿਸੇ ਨੂੰ ਡੱਸਣ ਲਈ ਬੜੀ ਤੇਜ਼ ਹਵਾ ਛੱਡਦਾ, ਉਸਨੂੰ ਫੁੰਕਾਰਾ ਕਹਿੰਦੇ ਆ। ਹੁਣ ਉਹ ਜੋ ਮੀਰਜ਼ਾਦਾ, ਕਿਉਂਕਿ ਉਹ ਦਲੇਰ ਹੈ, ਕਿਉਂਕਿ ਇਹ ਚੰਗੇ ਗੁਣਾਂ ਦਾ ਧਾਰੀ ਹੈ, ਕਿਉਂਕਿ ਉਹ ਪਰਉਪਕਾਰੀ ਹੈ, ਹਰੇਕ ਦਾ ਭਲਾ ਕਰਦਾ, ਹਰੇਕ ਦੇ ਕੰਮ ਆਉਂਦਾ ਹੈ। ਹੁਣ ਇਸ ਥਾਂ ਤੇ ਇੱਥੇ ਜੋ ਸੱਪ ਹੈ ਉਸ ਦਾ ਵਿਘਨਕਾਰੀ ਸ਼ਕਤੀ ਹੈ, ਯਾਨੀ ਰੁਕਾਵਟ ਵਾਲੀ ਸ਼ਕਤੀ ਹੈ। ਆਪਣੀ ਤਲਵਾਰ ਕੱਢ ਕੇ ਉਸਦੇ ਟੋਟੇ ਕਰ ਦਿੰਦਾ। ਹੁਣ ਜਿਹੜੀ ਕਥਾ ਉਹ ਅੱਗੇ ਤੁਰਦੀ ਹੈ ਵੀ ਸੱਪ ਨਹੀਂ ਮਰਿਆ, ਸੱਪ ਨਾਲ ਇੱਕ ਉਸ ਰੁੱਖ ਉੱਤੇ ਰਹਿਣ ਵਾਲੇ ਹੰਸ ਹੰਸਣੀ ਦੀ ਮੁਸੀਬਤ ਜਿਹੜੀ ਹੈ ਉਹ ਟਲ ਗਈ, ਉਹ ਖਤਮ ਹੋ ਗਈ। ਕਿਉਂਕਿ ਇਹ ਜੋ ਸੱਪ ਸੀ, ਦਰਖਤ ਤੇ ਚੜ੍ਹ ਕੇ ਹੰਸ ਹੰਸਣੀ ਦੇ ਆਲਣੇ ਵਿੱਚੋਂ ਉਹਨਾਂ ਦੇ ਬੱਚੇ, ਉਹਨਾਂ ਦੇ ਆਂਡੇ ਖਾ ਜਾਂਦੇ ਸੀ। ਜਦੋਂ ਹੰਸ ਹੰਸਣੀ ਨੇ ਦੇਖਿਆ ਵੀ ਸਾਡਾ ਦੁਸ਼ਮਣ ਸੱਪ ਸਦਾ ਲਈ ਇਸ ਰਾਜਕੁਮਾਰ ਮੀਰਜ਼ਾਦੇ ਨੇ ਮਾਰ ਸੁੱਟਿਆ ਤੇ ਉਸ ਦਾ ਧੰਨਵਾਦ ਕੀਤਾ। ਹੁਣ ਜਦੋਂ ਧੰਨਵਾਦ ਕੀਤਾ ਤਾਂ ਅੱਗੇ ਪੇਸ਼ਕਸ਼ ਕੀਤੀ, ਦੱਸ ਅਸੀਂ ਤੇਰੀ ਮਦਦ ਕਿੱਦਾਂ ਕਰ ਸਕਦੇ ਹਾਂ। ਹੁਣ ਮੀਰਜ਼ਾਦੇ ਨੇ ਸਬਜ਼ ਪਰੀ ਵਾਲੀ ਗੱਲ ਸੁਣੀ ਸੀ, ਉਹਨੂੰ ਮਿਹਣਾ ਪਿਆ ਸੀ ਆਪਣੀ ਭਰਜਾਈਆਂ ਦਾ। ਉਸਨੇ ਉਹ ਜੋ ਸਾਰੀ ਗੱਲ ਸੀ ਉਹ ਹੰਸ ਤੇ ਹੰਸਣੀ ਨੂੰ ਦੱਸੀ ਕਿ ਮੈਂ ਸਬਜ਼ ਪਰੀ ਨਾਲ ਵਿਆਹ ਕਰਾਉਣਾ ਚਾਹੁੰਦਾ। ਹੁਣ ਦੇਖੋ, ਇੱਥੇ ਕਥਾ ਖਤਮ ਨਹੀਂ ਹੋ ਜਾਂਦੀ, ਹੰਸ ਹੰਸਣੀ ਕਹਿੰਦੇ ਨਹੀਂ। ਹੁਣ ਇੱਥੇ ਇੱਕ ਹੋਰ ਜੁਗਤ ਹੈ, ਇੱਥੇ ਜੁਗਤ ਹੈ ਮਾਨਵੀਕਰਨ ਦੀ। ਅਸੀਂ ਪਹਿਲੇ ਵੀ ਗੱਲ ਕੀਤੀ ਹੈ। ਇੱਕ ਜੁਗਤ ਹੈ ਬਈ ਮੁਸ਼ਕਲ, ਮੁਸੀਬਤ, ਰੁਕਾਵਟ, ਆਪਣੇ ਗੁਨਾਹ ਕਰਕੇ ਸਭ ਨੂੰ ਪਾਰ ਕਰਕੇ ਆਪਣੇ ਉਦੇਸ਼ ਤੱਕ ਪਹੁੰਚਣਾ। ਦੂਜੀ ਜੁਗਤ ਹੈਗੀ ਹੈ ਵੀ ਇਸ ਵਿੱਚ ਜਿਸ ਮਕਸਦ ਲਈ ਉਹ ਤੁਰਿਆ, ਇੱਥੇ ਇੱਕ ਰੁਕਾਵਟ ਪਈ ਹੈ, ਉਸਨੇ ਸੱਪ ਨੂੰ ਮਾਰ ਦਿੱਤਾ। ਸੱਪ ਦੇ ਮਰਨ ਨਾਲ ਹੰਸ ਹੰਸਣੀ ਨੇ ਧੰਨਵਾਦ ਕੀਤਾ। ਧੰਨਵਾਦ ਦੇ ਏਵਜ਼ ਲਈ ਉਹਨਾਂ ਨੇ ਉਸ ਮੀਰਜ਼ਾਦੇ ਰਾਜਕੁਮਾਰ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਹੁਣ ਇੱਥੇ ਦੇਖੋ, ਹੁਣ ਹੰਸ ਔਰ ਹੰਸਣੀ ਜਿਨ੍ਹਾਂ ਦਾ ਭਲਾ ਹੋਇਆ, ਜਿਸ ਦੇ ਦੁਸ਼ਮਣ ਸੱਪ ਨੂੰ ਮੀਰਜ਼ਾਦੇ ਨੇ ਮਾਰ ਦਿੱਤਾ, ਉਹ ਕਹਿੰਦੇ ਅਸੀਂ ਉਸ ਪਰੀ ਦੇਸ਼ ਦੇ ਜਾਣਕਾਰ ਹਾਂ। ਅਸੀਂ ਕਈ ਵਾਰ ਉੱਡ ਕੇ ਉਸ ਦੇਸ਼ ਗਏ ਹਾਂ ਔਰ ਅਸੀਂ ਉਸ ਸੁੰਦਰ ਸਬਜ਼ ਪਰੀ, ਉਸ ਪਰੀਆਂ ਦੇ ਦੇਸ਼ ਦੀ ਸ਼ਹਿਜ਼ਾਦੀ ਨੂੰ ਅਸੀਂ ਦੇਖਿਆ। ਹੁਣ ਦੇਖੋ, ਕਹਾਣੀ ਫਿਰ ਪੋਜ਼ਿਟਿਵ ਵੱਲ ਤੁਰਦੀ ਹੈ, ਉਸ ਨੂੰ ਖੁਸ਼ੀ ਹੁੰਦੀ ਹੈ। ਤੇ ਹੁਣ ਉਹ ਕਹਿੰਦੇ ਵੀ ਅਸੀਂ ਤੈਨੂੰ ਆਪਣੇ ਖੰਭਾਂ ਦੀ ਸਵਾਰੀ ਤੇ, ਯਾਨੀ ਤੈਨੂੰ ਖੰਭਾਂ ਦੀ ਸਵਾਰੀ ਕਰਾ ਕੇ ਅਸੀਂ ਤੈਨੂੰ ਉਸ ਦੇਸ਼ ਲੈ ਜਾਂਦੇ ਹਾਂ। ਜਿੱਦਾਂ ਅਸੀਂ ਬੱਚੇ ਨੂੰ ਕਹਾਣੀ ਸੁਣਾਉਂਦੇ ਹਾਂ,
हंस और हंसनी, जो हंस है उस विचों उस राजकुमार नूं, इत्थे देखो अगली जितनी भी स्टोरी चलेगी इस विच हंसनी गायब है, क्योंकि इत्थे जो हंस है वो मर्द है, जिद्दां मीरज़ादा मर्द है और सारियां रुकावटां मुसीबतां अपनी दलेरी नाल पार करदा है, इस तरह उसकी सहायता लई इत्थे हुण हंसनी गायब है। इत्थे सारी जो जितने भी जतन है, जितनी भी हिम्मत करदा है वो हंस करदा है, क्योंकि इन्हां कहानियां विच क्योंकि पुरुष प्रधान समाज नूं ਇਹ जो कहानियां ने रिप्रजेंट करदियां, इत्थे जो हंस है उस बंदे नूं, उस राजकुमार मीरज़ादे नूं अपने खंबां दी सवारी करा के उस देश विच लै जांदा है। बड़े दिनों का औखा लंबा सफ़र है, बड़े पर्वत आंदे, बड़ियां नदियां, बड़ा औखा बिखड़ा पैंदा, परंतु क्योंकि उसने परोपकार किया, दुश्मन सप नूं मार के हंस हंसनी का भला किया, उस उपकार के बदले यह जो लम्मा औखा पर्वतों वाला नदियों वाला राह सी, यह कई दिनों विच उस हंस ने बड़े सहजे ही उसनूं पार करा दिता और अखीर दोवें जने यानी हंस और मीरज़ादा जो शहजादा है वह पहुँच गया परियां दे देश। इत्थे सीधा जाके डायरैक्ट मिलाप नहीं होंदा, क्योंकि कहानी की जुगत है बई नायक नूं उसकी प्राप्ति उसकी मंजिल तो थोड़ा जिहा हटा के रखना और रस्ते कई रुकावटां खड़ियां करनियां, तां जो सुनन वाले ਸਰੋਤਿਆਂ दे मन विच कहानी प्रति रोचकता वो जो थ्रिल है वो बनिया रहे। हुण इत्थे जो राजकुमार है मीरज़ादा है वो फिर एक बाग विच आके ठहरदा है, जो हंस है उतरदा है एक दरखत के हेठां उसनूं ठहरांदा है और कहंदा मैं जाके देखदा। हंस उडारी भर के देखता है एक तलाब के किनारे, एक नदी के किनारे जो परियां ने ना वो नहा रही ने। हुण देखो जुगत की है भी असी अपनी मर्जी अनुसार कहानी विच फेर बदल करते हैं, जो कहानी बनाने वाले हैं सुनाने वाले। इत्थे जो परियां ने ना जिद्दां कोई अपने कपड़े ला के साइड ते रख दिंदा, ऐदां परियां ने अपने खंभ और परियां वाले कपड़े उतार के नदी के किनारे रखे ने और नदी ते नहा रही ने। हुण ਉਹ ਪਰੀ ਨੂੰ ਸਬਜ਼ ਪਰੀ ਨੂੰ ਮਿਲਣ ਦੇ ਰਾਹ ਦੀ ਸਭ ਤੋਂ ਜੋ ਰੁਕਾਵਟ ਹੈ ਵੀ ਉੱਥੇ ਤੱਕ ਜਾਏਗਾ ਕੌਣ, ਉੱਥੇ ਤੱਕ ਸਰਲ ਸਹਿਜੇ ਪਹੁੰਚਣ ਲਈ ਹੁਣ ਇੱਕ ਹੋਰ ਜੁਗਤ ਆ ਗਈ। ਪਹਿਲੀ ਜੁਗਤ ਸੀ हंस और हंसनी का मिलाप, फिर हंस का उस राजकुमार मीरज़ादे नूं अपनी पिठ ते बिठा के उसकी सवारी करना और उस बाग विच उतर आना जिस देश विच हुण वो सब्ज़ परी रहिंदी है। हुण इत्थे जुगत फिर काम कर रही है भी नदी ते परियां नहा रहियां ने। हुण हंस ने अपने ज्ञान अनुसार अपने अनुभव अनुसार उस मीरज़ादे शहजादे नूं सलाह दित्ती भी तू जिथे परियां नहा रहियां ने उत्थे उन्हां दे खंभ पे ने, परियां वाले कपड़े पे ने और तू इस तरह कर उन्हां नूं चुक के जंगल विच भज जा। वो उन्हां दे खंभ चुक के जंगल विच भज जांदा है। हुण जो वापसी आंदियां है तां अपने खंभ अपने परियां वाले कपड़े उत्थे ना देख के बड़ियां परेशान होंदियां, इधर उधर भाल करदियां, नहीं मिलदियां, क्योंकि कहानी नूं सॉफ्ट करना इस करके आप ही जो मीरज़ादा है वो नदी के किनारे पहुँच जाता है। वो कहंदे कि खंभ मैं चुक्या तां वापस करांगा जेकर तुसी मैनू अपनी शहजादी वो सब्ज़ परी उस देश की जो राजकुमारी उस नाल मिलाओगियां। हुण उसके सुंदर रूप नूं देख के सारियां जिहड़ियां उत्थे परियां ने वो राजी हो जांदियां। हुण वो एक परी दे खंभ वापस करदा, बाकी खंभ अपने कोल रखदा है, एक परी दे खंभ वापस करदा है तां जो वो उड़ के उस सब्ज़ परी कोल जावे, यह सारा बिरतांत सुनावे और जो मीरज़ादे की शर्त है उसके अगे रखे। हुण हुंदा की है एक परी जो खंभ वापस करते हैं वो सब्ज़ परी कोल जाती है, सब्ज़ परी नूं सारी गल दसदी है। इत्थों उदास निराश या गुस्से च नहीं हुंदी, इत्थों बड़ी हैरान हो जाती है क्योंकि इतनी दूर परियां दे देश जिथे पहुँचना असंभव है, उत्थे एक राजकुमार वो भी बड़ा सुंदर है, कोई मनुख है किवें पहुँच गया। हुण अपनियां सहेलियां सखियां नाल उस थां ते आंदी जिथे उन्हां परियां दे खंभ मीरज़ादे ने अपने कब्जे विच कीते होए है, उत्थे आके देखदी है बड़ा सुंदर है, उहदी पेशकश सुणदी है, फिर उस नाल विआह कराउण नूं राजी हो जाती है। हुण क्योंकि विआह कराना है किसी मनुख नाल कराना है, हुण परी दा और मनुख का रिश्ता नहीं हो सकता, इस करके जो सब्ज़ परी है अपने खंभा का त्याग करती है, अपने परियां वाले वस्त्रां का त्याग करती है, आम वस्त्र पा लैंदी है, इस करके उहदे विच उड्डण की शक्ति नहीं है। क्योंकि हुण नायक और नायिका नूं मीरज़ादे और सब्ज़ परी नूं मुश्किलां विच पाना है, इस करके इत्थे उहदी शक्ति खोली। इहदा मतलब उहने पंख त्यागे, परियां वाले वस्त्र त्यागे, हुण वो शक्तिहीन है, उड्डण की शक्ति उहदे च नहीं है। हुण गल आंदी है जुगत चेंज हुंदी है, पहले हंस उसनूं अपनी पिठ ते बिठा के लाया, हुण दो बंदे हो गए, दो बंदियां लई यानी राजकुमारी और राजकुमार यानी सब्ज़ परी और मीरज़ादे नूं बिठा के उड़ना असमर्थ है। इस करके कहना मैं तुहाडे नाल चलांगा पर मैं तुहानूं अपनी पिठ ते बिठा नहीं सकदा, उड़ नहीं सकदा। इस करके दोवें समुद्री राह तों
किश्ती द्वारा बेड़ी द्वारा फिर वो अगे तुरदे अपने देश की वापसी ते, क्योंकि मुश्किल लगनी है, क्योंकि उत्थे एक परेशानी एक रुकावट खड़ी करनी है। इस करके जुगत उही चलती है भी जदों राह विच समुंदर भी तूफान आंदा है, तूफान विच फस के सारे जने विछड़ जाते। कौन? हंस भी किते होर चल जाता, नदी के समुद्र के दूजे किनारे पहुँच जाता है। जिहड़ी सब्ज़ परी है वह भी रुड़ के किसी होर पासे, और जो मीरज़ादा है उन्हें भी अता पता नहीं भी वो समुंदर की शांति तो बाद कित्थे पहुँचता है। हुण सारे विछड़ जाते हैं, वख-वख देश पहुँच जाते हैं, क्योंकि तीनों विछड़ गए और तीनों उदास। हुण जो कहानीकार है, यह जो कहानी किसी लोक मन तो उपजी है, हुण जो लोक कहानी नूं सिरजण वाला है, हुण इत्थे वो देखदा है, पहले एक सीन पेश करदा भी हंस बड़ा उदास है। हंस अपने दोनों साथियों यानी मीरज़ादे और सब्ज़ परी नूं लभना चाहता है। इत्थे हंस फिर जतन करता है, अपनी थां तो उड़दा है, सारे आस पास देश देखता है, फिर वापस आ जाता है। इस तरह बड़े दिनों लभदा रहता है। हुण जो कहानी है अगे तुरदी है, हुण दूसरा सीन दिखाते हैं भी जो सब्ज़ परी वो कित्थे पहुंची। समुद्री तूफान तो बच के सब्ज़ परी किनारे ते लगती है, एक देश के किनारे पहुँच जाती है। लोकी उसकी सुंदरता, क्योंकि वो परियां दे देश की शहजादी है, इस करके लोकी उसकी सुंदरता तो बड़े हैरान है। राजे नूं जाके खबर मिलती है भी समुद्र के किनारे एक बहुत सुंदर कन्या, बहुत सुंदर स्त्री आई है। हुण राजा उत्थे आके उसकी सुंदरता तो बड़ा मोहित हो जाता है, उन्होंने पेशकश करता है कि तू मेरे नाल विआह करा ले। वो कहते मैं शादीशुदा, पहले तो मेरा पति है, मेरा घर है, तो मैं उस नाल विआह कराया पति नाल। वो कहता कोई गल नहीं, समुद्री तूफान है, तेरा पति मर गया होएगा। वो कहते नहीं, मैनू भरोसा है कि वह जिंदा है, किसी न किसी तरीके मेरे को आएगा। हाँ तुम इस तरह करो कि मैनू 1 साल की मोहलत दे दो, मोहलत मतलब छूट दे दो, तां जो मैं अपनी इच्छा अपने ख्यालात नूं तुहाडे अनुसार ढाल लवां। 1 साल की मोहलत, इसका मतलब है उस समय दौरान मीरज़ादा और सब्ज़ परी का मिलाप होना संभव है। यह सारी जुगता ने इस परी कहानियां, इन्हां लोक कहानियां, इन्हां नीति कथावां दियां। हुण हुंदा की है भी 1 साल की मोहलत ले लैंदी है। हुण राजा बड़ा उस ते मोहित होकर एक वखरा महल पवा दिंदा है। हुण वो उस हंस नूं लभण लई अपने मीरज़ादे की भाल करन लई एक जुगत अपनांदी, क्योंकि इस विच स्टैप बाय स्टैप यानी तरीके नाल उसने मिलाप होना है, जुगतां लभणियां ने। इस करके अपने पति नूं लभण लई और पति नूं मिलाण लई जो हंस है, सब तो वड्डी कड़ी है दोनों के मिलाप की, उसनूं लभण लई तरकीब सोचती है। अपने महल की छत पर वो वंश वन्ने अलग अलग पंछियों लिए चोगे खिलार दी है, इन्नी चोग खिलार दी है भी दूरों दूरों बड़े दूरों देशों तो उड़ते हुए पंछी उस महल की छत पर आके चोग चुगते हैं। हुण ऐसी चोग विच उसने एक मोतियां का ढेर लाता है, क्योंकि वो जो हंस ने वो मानसरोवर जाके उसके सुच्चे मोती चुगते हैं, क्योंकि हंस मोती चुगते हैं। इस करके सब्ज़ परी ने सुच्चे मोतियां का ढेर अपनी छत पर ला दिता है। हुण उधर जो हंस है वह भी लिस्सा हो गया है, जो मीरज़ादा वह भी लिस्सा कमज़ोर उदास है, जो सब्ज़ परी है वह भी लिस्सी कमज़ोर और उदास है। अपनी अपनी जगह ते सारे उदास, एक दूजे की भाल, एक दूजे की आस विच ने। हुण जदों मोतियां का ढेर लग जाता है, दूर दूर पंछी आते हैं, तो पंछियां की डार तो उस हंस नूं खबर मिलती है, जिहड़ा कि बड़े दिनों का सुच्चे मोतियां की भुख का मारिया होया बड़ा उदास है, तो सुच्चे मोतियां की भाल करे, क्योंकि उन्होंने देशों में सुच्चे मोती नहीं लभदे। हुण ऐसे समय एक पंछियां की डार उस हंस नूं खबर दिंदी है भी एक महल की छत पर सुच्चे मोतियां का ढेर लगे, जाओ, क्योंकि मिलाप होना है। इस करके जिद्दां ही हंस उस महल की छत पर आके बैठता है, सुच्चे मोतियां नूं मूँह मारदा है, उस सब्ज़ परी नूं खबर मिलती है एक हंस आया है, सुच्चे मोतियां नूं मूँह मारे चोग खा रहा है। आके देखती है, हंस सब्ज़ परी नूं पहचान जाता है, सब्ज़ परी हंस नूं पहचान, दोनों का मिलाप हो जाता है। दोनों एक दूजे नाल गल्लां करते हैं और फिर प्रण करते हैं असीं मीरज़ादे नूं लभांगे, क्योंकि हंस विच ताकत है उड्डण दी, परी विच भी ताकत सी, परंतु उसने अपने खंभ त्याग दिते, अपने परियां वाले बस्तर त्याग दिते, शक्तिहीन हो गई। इस समय उड्डण की समर्था हंस कोल है, इस करके हंस रोज़ उडारी भरदा है, इधर उधर देशों में जाके मीरज़ादे नूं लभदा है। 2 सीन खत्म हो गए, पहले हंस वाला सीन खत्म हो गया। हुण शहजादी यानी परियां दी शहजादी सब्ज़ परी वाला सीन खत्म हो गया। हुण तीजा सीन शुरू होंदा, मीरज़ादा कित्थे गया। मीरज़ादा समुंदर के तूफान दियां लहरां तो बच के किनारे पहुँचता है और एक भुखा प्यासा एक पठियारन कोल पहुँच जाता। पठियारन वो होंदी है जिहड़े कि दाने भुन के और वेच के गुजारा करती है। हुण पठियारन उसकी हालत तरस करती है, कपड़े उहदे फट गए ने, रोटी तो भुखा है। हुण वो कहता है भी मैनू रोटी दे और बदले विच मैं तेरे उस भट्ठी दे बालण लई लकड़ां जंगल तो कट के लैंगा। दोनों का जिहड़ा ना आपस करार हो जाता है, वादा हो जाता है। हुण भुख दा मारिया अपने रोटियां दे आस विच
ਪਠਿਆਰਨ ਦੀ ਨੌਕਰੀ ਸ਼ੁਰੂ ਕਰ ਦਿੰਦਾ ਹੈ। ਉਹਦੇ ਕੱਪੜੇ ਪਾਟੇ ਨੇ, ਭੁੱਖ ਦਾ ਮਾਰਾ ਲਿੱਸਾ ਹੋ ਗਿਆ, ਜੰਗਲ ਵਿੱਚ ਜਾ ਕੇ ਫਿਰ ਉਹ ਲੱਕੜਾਂ ਕੱਟ ਕੇ ਉਸ ਪਠਿਆਰਨ ਦਾ ਕੰਮ ਚਲਾਉਂਦਾ। ਇਸ ਤਰ੍ਹਾਂ ਹੁਣ ਸੀਨ ਉਹ ਆ ਗਏ ਜਦੋਂ ਮਿਲਾਪ ਹੋਣਾ। ਹੁਣ ਹੰਸ ਜੰਗਲ ਵਿੱਚ ਉਸ ਰਾਜਕੁਮਾਰ ਮੀਰਜ਼ਾਦੇ ਦੀ ਤਲਾਸ਼ ਕਰ ਰਿਹਾ। ਮੇਲ ਹੁੰਦਾ ਹੈ, ਲਿੱਸਾ ਹੁੰਦਾ ਹੈ, ਪਰ ਫਿਰ ਵੀ ਲਿੱਸਾ ਦਾ ਮਤਲਬ ਕਮਜ਼ੋਰ ਹੈ। ਕੌਣ? ਮੀਰਜ਼ਾਦਾ। ਕਿਉਂ? ਕਿਉਂਕਿ ਉਹ ਬੜੇ ਦਿਨਾਂ ਦਾ ਵਿਛੜਿਆ ਹੋਇਆ, ਦੁੱਖ ਤੋਂ ਭੁੱਖਾ ਪਾਣਾ, ਇਸ ਤਰ੍ਹਾਂ ਉਹ ਉਦਾਸ ਲਿੱਸਾ ਹੈ, ਪਛਾਣ ਲੈਂਦਾ। ਹੁਣ ਫਿਰ ਖੰਭਾਂ ਦੀ ਸਵਾਰੀ ਦੀ ਗੱਲ ਆ ਗਈ। ਆਪਣੇ ਖੰਭਾਂ ਤੇ ਬਿਠਾ ਕੇ ਜੰਗਲ ਚੋਂ ਉਹ ਮਹਿਲ ਦੀ ਛੱਤ ਤੇ ਪਹੁੰਚਾ ਦਿੰਦਾ ਜਿੱਥੇ ਦੋਹਾਂ ਦਾ ਮਿਲਾਪ ਹੁੰਦਾ। ਫਿਰ ਸਕੀਮ ਚੱਲਦੀ ਹੈ ਵੀ ਇਹ ਕਹਿੰਦੇ ਆ ਵੀ ਅਸੀਂ ਰਾਤ ਦੇ ਸਮੇਂ ਇਸ ਮਹਿਲ ਵਿੱਚੋਂ ਭੱਜਾਂਗੇ। ਹੁਣ ਜੋ ਹੰਸ ਹੈ ਉਹ ਰਾਜਕੁਮਾਰੀ ਨੂੰ ਆਪਣੇ ਖੰਭਾਂ ਤੇ ਬਿਠਾ ਕੇ ਮਹਿਲ ਵਿੱਚੋਂ ਉਡਾਰੀ ਭਰ ਕੇ ਆ ਜਾਂਦਾ। ਫਿਰ ਦੋਹਾਂ ਦਾ ਯਾਨੀ ਸਬਜ਼ ਪਰੀ ਦਾ ਔਰ ਮੀਰਜ਼ਾਦੇ ਦਾ ਮਿਲਾਪ ਹੋ ਜਾਂਦਾ। ਇੱਥੇ ਸਟੋਰੀ ਹੁਣ ਹੋ ਗਈ ਮਿਲਾਪ, ਪਰ ਐਂਡ ਨਹੀਂ ਹੋਇਆ ਹਜੇ। ਇਸ ਮਿਲਾਪ ਦੇ ਪੱਕੇ ਮਿਲਾਪ ਵਿੱਚ ਬਹੁਤ ਸਾਰੀਆਂ ਕਸਰਾਂ ਬਾਕੀ ਨੇ। ਉਹ ਕਿਹੜੀਆਂ ਕਸਰਾਂ ਨੇ? ਵੀ ਦੋਵੇਂ ਜੰਗਲ ਵਿੱਚ ਪਹੁੰਚ ਜਾਂਦੇ ਨੇ, ਦੋਨਾਂ ਦਾ ਮਿਲਾਪ ਹੋ ਜਾਂਦਾ। ਦੋਵੇਂ ਮਿਲ ਕੇ ਹੰਸ ਸਮੇਤ ਹੁਣ ਰਾਜੇ ਦੇ ਰਾਜ ਵਾਲੇ ਨਹੀਂ, ਮੀਰਜ਼ਾਦੇ ਦੇ ਪਿਤਾ ਦੇ ਰਾਜ ਵੱਲ ਜਾਂਦੇ ਨੇ। ਜਿੱਦਾਂ ਹੀ ਉਹ ਰਾਜ ਦੀ ਸੀਮਾ ਤੇ ਬਾਰਡਰ ਤੇ ਪਹੁੰਚਦੇ ਨੇ ਤੇ ਫਿਰ ਜੋ ਰਾਜਕੁਮਾਰ ਮੀਰਜ਼ਾਦਾ ਹੈ ਉਹ ਹੰਸ ਨੂੰ ਬੜਾ ਧੰਨਵਾਦ ਕਰਕੇ ਉਸ ਨੂੰ ਵਿਦਾ ਕਰ ਦਿੰਦਾ ਹੈ। ਹੰਸ ਆਪਣੀ ਹੰਸਣੀ ਕੋਲ ਉਸ ਦਰਖਤ ਤੇ ਚਲਾ ਜਾਂਦਾ ਹੈ। ਇਸ ਸਮੇਂ ਜੋ ਮੀਰਜ਼ਾਦਾ ਹੈ ਆਪਣੇ ਪਿਤਾ ਨੂੰ ਸੰਦੇਸ਼ ਭੇਜਦਾ ਹੈ ਕਿ ਮੈਂ ਸਬਜ਼ ਪਰੀ ਨੂੰ ਲੈ ਕੇ ਆ ਗਿਆ, ਸਾਡੇ ਸਵਾਗਤ ਲਈ ਤੁਸੀਂ ਤਿਆਰ ਹੋ ਕੇ ਆਓ। ਰਾਜਾ ਬੜਾ ਖੁਸ਼ ਹੁੰਦਾ ਹੈ। ਇਸ ਸਮੇਂ ਜੋ ਰਾਜਕੁਮਾਰ ਹੈ ਮੀਰਜ਼ਾਦਾ ਔਰ ਜੋ ਸਬਜ਼ ਪਰੀ ਹੈ ਉਹ ਖੂਹ ਤੇ ਠਹਿਰਦੇ ਹੈ। ਖੂਹ ਤੇ ਠਹਿਰਦੇ ਆ ਤੇ ਫਿਰ ਦੁਬਾਰਾ ਟਵਿਸਟ ਆਉਂਦਾ ਹੈ, ਫਿਰ ਦੁਬਾਰਾ ਵਿਛੋੜੇ ਦਾ ਸੀਨ ਆ ਜਾਂਦਾ। ਹੁਣ ਜਦੋਂ ਖੂਹ ਤੇ ਠਹਿਰਦੇ ਆ, ਹੰਸ ਵਿਦਾ ਹੋ ਜਾਂਦਾ ਹੈ, ਪਿਤਾ ਨੂੰ ਸੁਨੇਹਾ ਭੇਜ ਦਿੰਦਾ ਤੇ ਬਾਗ ਵਿੱਚ ਆਰਾਮ ਕਰਨ ਲੱਗਦੇ ਆ। ਹੁਣ ਉੱਥੇ ਰਾਜਕੁਮਾਰੀ ਯਾਨੀ ਪਰੀਆਂ ਦੇ ਦੇਸ਼ ਦੀ ਰਾਜਕੁਮਾਰੀ ਜੋ ਸਬਜ਼ ਪਰੀ ਹੈ ਉਸ ਨੂੰ ਪਿਆਸ ਲੱਗਦੀ ਹੈ, ਖੂਹ ਤੇ ਜਾਂਦੀ ਹੈ, ਫਿਰ ਵਿਛੋੜੇ ਦੀ ਜੁਗਤ ਆ ਗਈ। ਹੁਣ ਉੱਥੇ ਇੱਕ ਮਾਲਣ ਹੈ ਜੋ ਕੁਰੂਪ ਹੈ, ਜੋ ਇੰਨੀ ਸੋਹਣੀ ਨਹੀਂ, ਉਹਦਾ ਕੱਦ ਕਾਠ ਜੋ ਹੈ ਉਹ ਸਬਜ਼ ਪਰੀ ਵਰਗਾ ਹੈ। ਉਹਨੂੰ ਪੁੱਛਦੇ ਤੂੰ ਕੌਣ ਹੈ? ਉਹ ਕਹਿੰਦੀ ਮੈਂ ਸਬਜ਼ ਪਰੀ ਹਾਂ। ਕਿਹਦੀ ਹੈ? ਕਹਿੰਦੇ ਮੈਂ ਮੀਰਜ਼ਾਦੇ ਦੀਆਂ। ਸਾਰੀ ਗੱਲ ਦੱਸਦੀ ਹੈ ਕਿਉਂਕਿ ਉਹ ਭੋਲੀ ਹੁੰਦੀ ਹੈ, ਪਰੰਤੂ ਮਾਲਣ ਜਿਹੜੀ ਹੈ ਉਹ ਸਾਜ਼ਿਸ਼ ਕਰਦੀ ਹੈ। ਹੁਣ ਕਹਿੰਦੀ ਹੈ ਵੀ ਤੁਸੀਂ ਇਸ਼ਨਾਨ ਕਰ ਲਓ, ਪਾਣੀ ਪੀ ਲਓ। ਜਿੱਦਾਂ ਹੀ ਇਸ਼ਨਾਨ ਕਰਨ ਲੱਗਦੀ ਹੈ ਤੇ ਜੋ ਮਾਲਣ ਹੈ ਸਬਜ਼ ਪਰੀ ਨੂੰ ਖੂਹ ਦੇ ਅੰਦਰ ਧੱਕਾ ਦੇ ਦਿੰਦੀ, ਉਸ ਨੂੰ ਡੋਬ ਦਿੰਦੀ ਹੈ। ਹੁਣ ਜਿਹੜੇ ਉਸ ਦੇ ਕੱਪੜੇ ਨੇ, ਜਿਹੜੇ ਹਾਰ ਸ਼ਿੰਗਾਰ ਨੇ ਉਸ ਸਬਜ਼ ਪਰੀ ਦੇ, ਉਹ ਸਾਰੇ ਖੁਦ ਗ੍ਰਹਿਣ ਕਰ ਲੈਂਦੀ ਹੈ। ਹੁਣ ਜਦੋਂ ਉਹ ਤਿਆਰ ਹੋ ਕੇ ਮਾਲਣ, ਉਹ ਤੇ ਜੋ ਸਬਜ਼ ਪਰੀ ਉਹ ਖੂਹ 'ਚ ਡੁੱਬ ਗਈ, ਪਰੰਤੂ ਜੋ ਮਾਲਣ ਹੈ ਉਹਦੇ ਰੂਪ ਦਾ ਸ਼ਿੰਗਾਰ ਕਰਕੇ, ਕੱਪੜੇ ਪਾ ਕੇ ਸ਼ਿੰਗਾਰ ਕਰਕੇ ਜਦੋਂ ਉਹਦੇ ਕੋਲ ਪਹੁੰਚਦੀ ਹੈ ਉਹਦਾ ਰੰਗ ਰੂਪ ਬਦਲਿਆ ਹੋਇਆ। ਇੱਥੇ ਹੁਣ ਮੀਰਜ਼ਾਦਾ ਵੀ ਭੋਲਾ, ਉਸਨੂੰ ਪਤਾ ਨਹੀਂ ਹੈ ਇੰਨੇ ਚਿਰ ਦਾ ਉਹ ਸਬਜ਼ ਪਰੀ ਦੇ ਨਾਲ ਇੰਨੀਆਂ ਮੁਸੀਬਤਾਂ ਸਹੀਆਂ, ਪਰ ਜਦੋਂ ਸਬਜ਼ ਪਰੀ ਉਹ ਖੂਹ 'ਚ ਡੁੱਬ ਗਈ ਔਰ ਜੋ ਮਾਲਣ ਹੈ, ਜੋ ਕੁਰੂਪ ਮਾਲਣ ਹੈ, ਉਹਦਾ ਰੂਪ ਧਾਰ ਕੇ ਆ ਗਈ ਤਾਂ ਉਹ ਉਹਨੂੰ ਪਛਾਣ ਨਹੀਂ ਸਕਦਾ। ਤੇਰਾ ਰੰਗ ਕਾਲਾ ਕਿਉਂ ਹੈ? ਕਹਿੰਦੀ ਮੈਨੂੰ ਹੁਣੀ ਸੱਪ ਨੇ ਡੰਗ ਮਾਰਿਆ, ਸੱਪ ਦੇ ਡੰਗ ਦੇ ਜ਼ਹਿਰ ਕਰਕੇ ਮੇਰਾ ਰੰਗ ਕਾਲਾ। ਹੁਣ ਭੋਲਾ ਮੀਰਜ਼ਾਦਾ ਉਹਦੀ ਗੱਲ ਮੰਨ ਜਾਂਦਾ। ਹੁਣ ਇੱਥੇ ਦੋਵੇਂ ਜਣੇ, ਦੋਵਾਂ ਦਾ ਸਵਾਗਤ ਹੁੰਦਾ, ਉਹਦੇ ਕੱਪੜਿਆਂ ਦੀ ਬੜੀ ਵਾਹਵਾ ਹੁੰਦੀ ਹੈ, ਪਰੰਤੂ ਉਹਦੀ ਸ਼ਕਲ ਜਿਹੜੀ ਹੈ ਉਹ ਕਰੂਪ, ਉਹ ਕਾਲੀ ਹੁੰਦੀ ਹੈ। ਹੁਣ ਸਾਰੇ ਪਾਸੇ ਤਾਂ ਵਾਹਵਾ ਹੈ, ਸਾਰੇ ਪਾਸੇ ਖੁਸ਼ੀਆਂ ਮਨਾਏ ਜਾ ਰਹੇ ਨੇ, ਪਰ ਮੀਰਜ਼ਾਦਾ ਉਦਾਸ ਹੈ ਕਿਉਂਕਿ ਜਿਸ ਸ਼ਹਿਜ਼ਾਦੀ ਸਬਜ਼ ਪਰੀ ਨੂੰ ਉਹ ਲੈ ਕੇ ਆਇਆ ਸੀ, ਮਾਲਣ ਵਿੱਚ ਉਹ ਰੰਗ ਰੂਪ ਨਹੀਂ ਹੈ, ਇਸ ਕਰਕੇ ਉਦਾਸ ਹੈ। ਸਮਾਂ ਬੀਤਦਾ ਹੈ। ਇੱਕ ਦਿਨ ਜੋ ਮੀਰਜ਼ਾਦਾ ਹੈ ਉਸ ਖੂਹ ਦੇ ਨੇੜੇ ਸੈਰ ਕਰ ਰਿਹਾ ਹੁੰਦਾ ਹੈ ਜਿੱਥੇ ਕਿ ਉਸ ਸਬਜ਼ ਪਰੀ ਨੂੰ ਮਾਲਣ ਨੇ ਧੱਕਾ ਦਿੱਤਾ ਹੁੰਦਾ ਹੈ। ਜਦੋਂ ਖੂਹ ਵੀ ਦੇਖਦਾ ਉਹ ਤੇ ਬੜਾ ਸੁੰਦਰ ਇੱਕ ਫੁੱਲ ਖਿੜਿਆ ਹੋਇਆ ਹੈ। ਉਸ ਨੂੰ ਪਕੜਨ ਲਈ, ਉਸ ਨੂੰ ਗ੍ਰਹਿਣ ਕਰਨ ਲਈ ਜਿੱਦਾਂ ਹੀ ਖੂਹ 'ਚ ਹੱਥ ਮਾਰਦਾ ਹੈ ਉਹ ਫੁੱਲ ਨੀਵਾਂ, ਫਿਰ ਹੋਰ ਨੀਵਾਂ, ਫਿਰ ਹੋਰ ਨੀਵਾਂ ਹੋ ਜਾਂਦਾ ਹੈ। ਅਖੀਰ ਨਿਰਾਸ਼ ਹੋ ਕੇ ਜਦੋਂ ਮੀਰਜ਼ਾਦਾ ਉੱਥੋਂ ਚੱਲਣ ਲੱਗਦਾ ਹੈ ਨਾ, ਉਦੋਂ ਫੁੱਲ ਆਪੇ ਉੱਚਾ ਹੋ ਕੇ ਉਹਦੇ ਪਕੜ ਵਿੱਚ ਆ ਜਾਂਦਾ ਹੈ। ਉਹਨੂੰ ਬੜੀ ਖੁਸ਼ੀ ਮਿਲਦੀ ਹੈ। ਹੁਣ ਮੀਰਜ਼ਾਦਾ ਉਸ ਫੁੱਲ ਨੂੰ ਲੈ ਕੇ ਆਪਣੇ ਮਹਿਲ ਆ ਜਾਂਦਾ ਹੈ। ਹੁਣ ਜਿਹੜੀ ਮਾਲਣ ਹੈ, ਜਿਹੜੀ ਬੜੇ ਕਪਟ ਕਰਕੇ ਉਸ ਸਬਜ਼ ਪਰੀ ਦੀ ਥਾਂ ਮੱਲ ਕੇ ਬੈਠੀ ਹੈ, ਜਿੱਦਾਂ ਹੀ ਉਹ ਦੇਖਦੀ ਹੈ ਫੁੱਲ, ਉਹ ਸੋਚਦੀ ਹੈ ਇਹ ਜੋ ਫੁੱਲ ਹੈ ਜ਼ਰੂਰ ਸਬਜ਼ ਪਰੀ ਦੀ ਕੋਈ ਚਲਾਕੀ ਹੈ, ਕੋਈ ਸਾਜ਼ਿਸ਼ ਹੈ, ਉਹਦਾ ਕੋਈ ਕੌਤਕ ਹੈ। ਹੁਣ ਹੈਰਾਨ ਹੁੰਦੀ ਹੈ ਵੀ ਜੇ ਫੁੱਲ ਮੀਰਜ਼ਾਦੇ ਦੇ ਹੱਥ ਵਿੱਚ ਰਹੇਗਾ ਮੇਰੀ ਮੁਸੀਬਤ ਆ ਸਕਦੀ ਹੈ। ਇਸ ਕਰਕੇ ਉਹ ਖੇਖਣ ਕਰਦੀ ਹੈ। ਖੇਖਣ ਦਾ ਮਤਲਬ ਵੀ ਉਹ ਇਸ ਤਰ੍ਹਾਂ ਦੇ ਪਾਖੰਡ ਕਰਦੀ ਹੈ, ਕਹਿੰਦੀ ਮੈਨੂੰ ਬਹੁਤ ਸਿਰ ਪੀੜ ਹੋ ਰਹੀ ਹੈ, ਜਦੋਂ ਦਾ ਇਹ ਫੁੱਲ ਸਾਡੇ ਮਹਿਲ 'ਚ ਆਇਆ ਇਸ ਨੇ ਮੈਨੂੰ ਬਿਮਾਰ ਕਰ ਦਿੱਤਾ ਹੈ, ਤੁਸੀਂ ਫਟਾਫਟ ਜਾਓ ਇਸ ਨੂੰ ਟੁਕੜੇ ਟੁਕੜੇ ਕਰਕੇ ਜੰਗਲ ਵਿੱਚ ਸੁੱਟਾਓ। ਕਿਉਂਕਿ ਉਹ ਭੋਲਾ ਹੈ, ਇਸ ਕਰਕੇ ਆਪਣੀ ਪਤਨੀ ਜੋ ਕਿ ਮਾਲਣ ਹੈ, ਦਰਅਸਲ ਉਹ ਸਬਜ਼ ਪਰੀ ਨਹੀਂ ਹੈ, ਉਹ ਮਾਲਣ ਹੈ, ਪਰੰਤੂ ਉਹ ਸਬਜ਼ ਪਰੀ ਦੇ ਖਿਆਲ ਅਨੁਸਾਰ, ਮਾਲਣ ਦੇ ਖਿਆਲ ਅਨੁਸਾਰ ਉਸ ਸਬਜ਼ ਪਰੀ ਦੇ ਰੂਪ ਜੋ ਫੁੱਲ ਹੈ ਉਸ ਨੂੰ ਜੰਗਲ ਵਿੱਚ ਜਾ ਕੇ ਟੁਕੜੇ ਟੁਕੜੇ ਕਰਕੇ ਸੁੱਟ ਕੇ ਆ ਜਾਂਦਾ। ਆਪਣੀ ਪਤਨੀ ਉਸ ਮਾਲਣ ਕੋਲ
जिस ਨੂੰ ਉਹ ਕਿ ਸਬਜ਼ ਪਰੀ ਸਮਝ ਰਿਹਾ। ਸਮਾਂ ਫਿਰ ਬੀਤਦਾ ਹੈ। ਇੱਕ ਦਿਨ ਜੋ ਮੀਰਜ਼ਾਦਾ ਹੈ, ਰਾਜਕੁਮਾਰ ਹੈ, ਉਹ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦਾ ਹੈ ਔਰ ਜਿਸ ਜਗ੍ਹਾ ਤੋਂ ਉਸਨੇ ਫੁੱਲ ਤੋੜ ਕੇ ਸੁੱਟਿਆ ਹੁੰਦਾ ਹੈ, ਵਗਾਇਆ ਹੁੰਦਾ ਹੈ, ਉਸ ਜਗ੍ਹਾ ਤੇ ਬੜੇ ਸਾਰੇ ਸੁੰਦਰ ਫੁੱਲਾਂ ਦਾ ਬਗੀਚਾ ਲੱਗਾ ਹੁੰਦਾ ਹੈ। ਜਦੋਂ ਉਹ ਬਗੀਚੇ ਨੂੰ ਦੇਖਦਾ ਹੈ ਉਹ ਬੜਾ ਹੀ ਹੈਰਾਨ ਹੋ ਜਾਂਦਾ ਹੈ। ਉਹਨੂੰ ਉਸ ਜਗ੍ਹਾ ਤੇ ਨੀਂਦ ਆ ਜਾਂਦੀ ਹੈ ਕਿਉਂਕਿ ਇੱਥੇ ਮਿਲਾਪ ਦੀ ਜੁਗਤ ਫਿਰ ਕੰਮ ਕਰ ਰਹੀ ਹੈ। ਉਹਨੂੰ ਨੀਂਦ ਆ ਜਾਂਦੀ ਹੈ। ਜਦੋਂ ਨੀਂਦ ਦੀ ਊਂਘ ਵਿੱਚ ਹੁੰਦਾ ਉਹਨੂੰ ਬੜੇ ਸੁੰਦਰ ਸੰਗੀਤ ਸੁਣਾਈ ਦਿੰਦਾ। ਅੱਖਾਂ ਖੋਲਦਾ ਹੈ, ਇੱਧਰ ਉੱਧਰ ਦੇਖਦਾ ਹੈ, ਪਰੰਤੂ ਉੱਥੇ ਕੋਈ ਵੀ ਨਹੀਂ ਹੁੰਦਾ। ਜਦੋਂ ਉਹ ਸੰਗੀਤ ਦੇ ਆਉਣ ਦੀ ਦਿਸ਼ਾ ਵੱਲ ਜਾਂਦਾ ਤਾਂ ਉੱਥੇ ਬਹੁਤ ਸਾਰੀਆਂ ਪਰੀਆਂ ਨੱਚ ਗਾ ਰਹੀਆਂ ਹੁੰਦੀਆਂ ਹੈ। ਜਦੋਂ ਪਰੀਆਂ ਉੱਡਣ ਲੱਗਦੀਆਂ ਨਾ, ਇੱਕ ਪਰੀ ਕਹਿੰਦੀ ਹੈ, ਭਾਈ ਸੁਣੋ, ਕਿਸੇ ਆਦਮ ਜਾਤ ਤੇ ਭਰੋਸਾ ਨਾ ਕਰਿਓ ਕਿਉਂਕਿ ਬੜੇ ਧੋਖੇਬਾਜ਼ ਹੁੰਦੇ ਆ, ਇਹ ਸਮਾਂ ਪੈਣ ਤੇ ਛੱਡ ਕੇ ਚਲੇ ਜਾਂਦੇ ਆ। ਹੁਣ ਉਹ ਜੋ ਆਵਾਜ਼ ਹੈ ਉਹ ਸਬਜ਼ ਪਰੀ ਦੀ ਆਵਾਜ਼ ਨਾਲ ਮਿਲਦੀ ਹੈ ਜੋ ਮੀਰਜ਼ਾਦਾ ਭੱਜ ਕੇ ਉੱਥੇ ਜਾਂਦਾ ਹੈ। ਉੱਥੇ ਫਿਰ ਉਹਦੀ ਆਵਾਜ਼ ਆਉਂਦੀ ਹੈ ਸਬਜ਼ ਪਰੀ ਦੀ, ਵੀ ਤੂੰ ਬੜਾ ਧੋਖੇਬਾਜ਼ ਹੈ, ਤੂੰ ਮੇਰੀ ਆਵਾਜ਼ ਔਰ ਮਾਲਣ ਦੀ ਆਵਾਜ਼ 'ਚ ਫਰਕ ਨਹੀਂ ਕਰ ਸਕਦਾ। ਹੁਣ ਆਪਣੀ ਸਾਰੀ ਜੋ ਕਹਾਣੀ ਹੈ, ਜੋ ਉਸਨੇ ਖੂਹ ਵਿੱਚ ਧੱਕਾ ਦਿੱਤਾ ਸੀ ਮਾਲਣ ਨੇ, ਉਹਦੇ ਹਾਰ ਸ਼ਿੰਗਾਰ ਉਹਦਾ ਰੂਪ ਧਾਰਨ ਕਰ ਲਿਆ ਸੀ, ਵੀ ਤੂੰ ਇਸ ਤਰ੍ਹਾਂ ਕੀਤਾ। ਉਹਨੂੰ ਜਦੋਂ ਪਤਾ ਲੱਗਦਾ ਉਹਨੂੰ ਬੜਾ ਗੁੱਸਾ ਆਉਂਦਾ ਹੈ। ਉਹ ਸਬਜ਼ ਪਰੀ ਨੂੰ ਲੈ ਕੇ ਹੁਣ ਮਹਿਲਾਂ ਵਿੱਚ ਆਉਂਦਾ ਹੈ। ਹੁਣ ਸਬਜ਼ ਪਰੀ ਉਸਨੂੰ ਮਿਹਣਾ ਮਾਰਦੀ ਹੈ, ਉਸਨੂੰ ਗੱਲ ਕਹਿੰਦੀ ਹੈ ਕਿ ਮੈਂ ਤੇਰੇ ਖਾਤਰ ਆਪਣਾ ਦੇਸ਼ ਛੱਡਿਆ, ਆਪਣਾ ਰੂਪ, ਆਪਣੀ ਸ਼ਕਤੀ ਛੱਡੀ ਔਰ ਤੂੰ ਆਪਣੇ ਪਿਆਰੀ ਸਬਜ਼ ਪਰੀ ਔਰ ਇੱਕ ਮਾਲਣ ਦੇ ਵਿੱਚ ਫਰਕ ਨਹੀਂ ਕਰ ਸਕਿਆ। ਹੁਣ ਉਹ ਆਪਣੀ ਗਲਤੀ ਦੀ ਮਾਫੀ ਮੰਗਦਾ ਹੈ ਔਰ ਸਬਜ਼ ਪਰੀ ਨੂੰ ਲੈ ਕੇ ਆਪਣੇ ਮਹਿਲਾਂ ਵਿੱਚ ਆਉਂਦਾ ਹੈ ਔਰ ਜੋ ਮਾਲਣ ਸਬਜ਼ ਪਰੀ ਬਣ ਕੇ ਬੈਠੀ ਹੁੰਦੀ ਹੈ ਮਹਿਲਾਂ 'ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ। ਐਸੇ ਸਮੇਂ ਦੋਹਾਂ ਦਾ ਮਿਲਾਪ ਹੋ ਜਾਂਦਾ ਹੈ। ਦੋਵੇਂ ਜਣੇ ਸਬਜ਼ ਪਰੀ ਔਰ ਮੀਰਜ਼ਾਦਾ ਉਸ ਨਗਰ ਵਿੱਚ ਖੁਸ਼ੀ ਖੁਸ਼ੀ ਰਹਿੰਦੇ ਹੈ ਔਰ ਪੂਰਾ ਸੁਖਾਵਾਂ ਮਾਹੌਲ ਯਾਨੀ ਸੁਖਾਂਤ ਕਹਾਣੀ ਦਾ ਯਾਨੀ ਸੁਖ ਭਰਿਆ ਅੰਤ ਹੋ ਜਾਂਦਾ ਹੈ। ਇਸ ਤਰ੍ਹਾਂ ਜੋ ਸਟੋਰੀ ਹੈ ਸਬਜ਼ ਪਰੀ ਦੀ ਔਰ ਉਸ ਸ਼ਹਿਜ਼ਾਦੇ ਦੀ ਜਿਸ ਦਾ ਨਾਮ ਮੀਰਜ਼ਾਦਾ ਹੈ, ਉਸ ਪੂਰੀ ਸਟੋਰੀ ਵਿੱਚ ਅਸੀਂ ਪੂਰੀਆਂ ਕਥਾ ਕਹਾਣੀ ਵਾਲੇ ਜੁਗਤਾਂ ਦੇਖੀਆਂ ਔਰ ਇਹ ਵੀ ਜੁਗਤ ਦੇਖੀ ਵੀ ਕਿਸ ਤਰ੍ਹਾਂ ਮਿਲਾਪ ਵਿਛੋੜੇ ਵਿੱਚ ਜੋ ਕਹਾਣੀ ਦਾ ਅੰਤ ਹੈ, ਕਿਉਂਕਿ ਬੱਚਿਆਂ ਨੂੰ ਕਹਾਣੀ ਸੁਣਾਉਣੀ ਮਨੋਰੰਜਨ ਲਈ ਔਰ ਨਾਲ ਕਿਵੇਂ ਆਪਣੇ ਜੀਵਨ ਵਿੱਚ ਚੰਗੇ ਗੁਣ ਧਾਰਨ ਕਰਨੇ ਹੈ, ਪਰਉਪਕਾਰ ਕਰਨ ਦਾ ਕੀ ਫਲ ਮਿਲਦਾ ਹੈ, ਇਸ ਤਰ੍ਹਾਂ ਦੀਆਂ ਬੜੀਆਂ ਸਾਰੀਆਂ ਉਪਦੇਸ਼ ਵਾਲੀਆਂ ਗੱਲਾਂ, ਉਪਦੇਸ਼ ਵਾਲੇ ਨੁਕਤੇ ਇਸ ਕਹਾਣੀ ਵਿੱਚ ਸਮਾਏ ਹੋਏ ਨੇ ਜਿਨ੍ਹਾਂ ਰਾਹੀਂ ਅਸੀਂ ਇਹ ਜਾਣਕਾਰੀ ਰੱਖ ਸਕਦੇ ਹਾਂ। ਜੇਕਰ ਕਹਾਣੀ ਸੁਣਨ ਵਾਲੇ ਇਹਨਾਂ ਗੁਣਾਂ ਨੂੰ ਧਾਰਨ ਕਰਨਗੇ ਤਾਂ ਉਹਨਾਂ ਦਾ ਵੀ ਚੰਗਾ ਜੀਵਨ, ਸਫਲ ਜੀਵਨ ਹੋ ਸਕੇਗਾ। ਐਸੀ ਇਸ ਕਹਾਣੀ ਦਾ ਸਾਰ। ਹੁਣ ਤੁਸੀਂ ਇਸ ਦੇ ਪ੍ਰਸ਼ਨ ਉੱਤਰ ਕਰੋ ਜੀ। लो जी, प्रश्न उत्तर है पेज नंबर 83 मेरे को पुरानी पुस्तक है और इस क्वेश्चन नंबर 8वां है भी मीरजादा परियां दे देश किवें पहुँचता है। मीरजादा हंस की सवारी करके परियां दे देश पहुँचता है। वो हंस की पिठ ते बैठा कई दिन बड़ा औखा सफ़र तय करता है, कई समुंदर नदियां पार करके और कई दिनों बाद फिर आखिर में वो परियां दे देश या सब्ज़ परी दे देश पहुँचता है। नौवां प्रश्न है मीरजादा ते सब्ज़ परी किवें मिलते हैं फिर किवें विछड़ते हैं। ਹੁਣ ਜਦੋਂ ਹੰਸ ਦੀ ਮਦਦ ਨਾਲ ਉਸ ਦੀ ਪਿੱਠ 'ਤੇ ਸਵਾਰ ਹੋ ਕੇ ਜੋ ਮੀਰਜ਼ਾਦਾ ਹੈ ਉਹ ਪਰੀਆਂ ਦੇ ਦੇਸ਼ ਪਹੁੰਚਦਾ ਹੈ ਤਾਂ ਫਿਰ ਹੰਸ ਦੇ ਰਾਹੀਂ ਉਸ ਨੂੰ ਜੁਗਤ ਮਿਲਦੀ ਹੈ ਵੀ ਉੱਥੇ ਨਦੀ 'ਤੇ ਨਹਾ ਰਹੀਆਂ ਪਰੀਆਂ ਦੇ ਖੰਭ ਔਰ ਉਹਦੇ ਪਰੀਆਂ ਵਾਲੇ ਕੱਪੜੇ ਚੁੱਕ ਲੈਂਦਾ ਹੈ ਤੇ ਫਿਰ ਪਰੀਆਂ ਨੂੰ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਇਹ ਖੰਭ ਚਾਹੀਦੇ ਤੇ ਮੇਰਾ ਉਸ ਸਬਜ਼ ਪਰੀ ਨਾਲ ਮਿਲਾਪ ਕਰਾ ਦਿਓ। ਜਦੋਂ ਸਬਜ਼ ਪਰੀ ਨਾਲ ਮਿਲਾਪ ਹੋ ਜਾਂਦਾ ਹੈ ਤੇ ਦੋਹੇ ਵਿਆਹ ਲਈ ਤਿਆਰ ਹੋ ਜਾਂਦੇ ਨੇ। ਹੁਣ ਆਪਣੇ ਪਰੀਆਂ ਵਾਲੇ ਬਸਤਰ ਔਰ ਖੰਭ ਤਿਆਗ ਕੇ ਆਮ ਸਧਾਰਨ ਮਨੁੱਖ ਬਣ ਕੇ ਜਦੋਂ ਸਬਜ਼ ਪਰੀ ਔਰ ਜੋ ਸ਼ਹਿਜ਼ਾਦਾ ਮੀਰਜ਼ਾਦਾ ਹੈ ਉਹ ਵਾਪਸ ਆਉਂਦੇ ਨੇ, ਤੂਫਾਨ ਵਿੱਚ, ਸਮੁੰਦਰੀ ਤੂਫਾਨ ਵਿੱਚ ਫਸ ਜਾਂਦੇ ਨੇ ਔਰ ਫਿਰ ਉਹਨਾਂ ਦੀ ਬੇੜੀ ਉਲਟ ਜਾਂਦੀ ਹੈ, ਟੁੱਟ ਜਾਂਦੀ ਹੈ, ਤੂਫਾਨ ਵਿੱਚ ਵਿਛੜ ਜਾਂਦੇ ਨੇ ਔਰ ਫਿਰ ਹੰਸ, ਮੀਰਜ਼ਾਦਾ ਔਰ ਸਬਜ਼ ਪਰੀ ਅਲੱਗ ਅਲੱਗ ਦੇਸ਼ਾਂ ਵਿੱਚ ਪਹੁੰਚ ਜਾਂਦੇ ਨੇ ਇੱਕ ਦੂਜੇ ਤੋਂ ਵਿਛੜ ਕੇ ਉਦਾਸ। 10ਵਾਂ ਪ੍ਰਸ਼ਨ ਹੈ ਮੀਰਜ਼ਾਦੇ ਨੂੰ ਹੰਸ ਕਿਵੇਂ ਮਿਲਿਆ ਅਤੇ ਹੰਸ ਮੀਰਜ਼ਾਦੇ ਲਈ ਕਿਵੇਂ ਮਦਦਗਾਰ ਬਣਿਆ। ਜਦੋਂ ਸਬਜ਼ ਪਰੀ ਦੀ ਤਲਾਸ਼ ਵਿੱਚ ਘੋੜੇ 'ਤੇ ਸਵਾਰ ਹੋ ਕੇ ਜਦੋਂ ਮੀਰਜ਼ਾਦਾ ਤੁਰਦਾ ਹੈ ਤਾਂ ਰਾਹ ਵਿੱਚ ਉਸਨੂੰ ਇੱਕ ਬਾਗ ਮਿਲਦਾ ਹੈ, ਇੱਕ ਦਰਖਤ ਦੇ ਨਾਲ ਉਹ ਸੌਂ ਜਾਂਦਾ। ਉੱਥੇ ਉਸਨੂੰ ਫੁੰਕਾਰਾ ਸੁਣਾਈ ਦਿੰਦਾ ਹੈ ਸੱਪ ਦਾ, ਉਸ ਨੂੰ ਆਪਣੀ ਤਲਵਾਰ ਨਾਲ ਮਾਰ ਦਿੰਦਾ ਹੈ। ਹੁਣ ਉਸ ਦਰਖਤ ਉੱਤੇ ਬੈਠੇ ਹੰਸ ਔਰ ਹੰਸਣੀ ਉਸ ਦਾ ਧੰਨਵਾਦ ਕਰਦੇ ਨੇ ਕਿਉਂਕਿ ਉਹਨਾਂ ਦੇ ਆਂਡੇ ਖਾ ਕੇ ਉਹਨਾਂ ਨੂੰ ਦੁੱਖ ਦਿੰਦਾ ਸੀ। ਹੁਣ ਉਸ ਮਦਦ ਦੇ ਬਦਲੇ ਵਿੱਚ ਹੰਸ ਤੇ ਹੰਸਣੀ ਉਸ ਦੀ ਮਦਦ ਕਰਨਾ ਚਾਹੁੰਦੇ ਨੇ। ਆਪਣੇ ਉਦੇਸ਼ ਯਾਨੀ ਪਰੀ ਦੇ, ਸਬਜ਼ ਪਰੀ ਦੇ ਦੇਸ਼ ਪਹੁੰਚਣ ਦੀ ਜਦੋਂ ਉਹ ਆਪਣੀ ਸੋਚ ਦੱਸਦਾ ਹੈ ਤਾਂ ਹੰਸ ਉਸ ਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਹੈ। ਉਸ ਨੂੰ ਆਪਣੀ ਪਿੱਠ ਤੇ ਬਿਠਾ ਕੇ ਬੜਾ ਬਿਖੜਾ ਪੈਂਡਾ ਕਰਕੇ ਕਈ ਨਦੀਆਂ, ਸਮੁੰਦਰ ਵਗੈਰਾ ਪਾਰ ਕਰਕੇ, ਪਹਾੜ ਪਾਰ ਕਰਕੇ ਉਸ ਨੂੰ ਸਬਜ਼ ਪਰੀ ਦੇ ਦੇਸ਼, ਪਰੀਆਂ ਦੇ ਦੇਸ਼ ਲੈ ਕੇ ਜਾਂਦਾ ਹੈ। ਫਿਰ ਉਸ ਨੂੰ ਸਲਾਹ ਦਿੰਦਾ ਹੈ ਵੀ ਸਬਜ਼ ਪਰੀ ਨੂੰ ਕਿਵੇਂ ਮਿਲਣਾ ਹੈ। ਫਿਰ ਜਦੋਂ
उस मीरजादे का सब्ज़ परी नाल मिलाप हो जाता है, वापस तुरते हैं, तूफान आता है, विछड़ जाते हैं। उस समय भी जो हंस है पूरे सिरड़ और पक्के अपने इरादे दे नाल वो वारी वारी दोहां दी भाल करता है। जदों सब्ज़ परी अपने महल की छत ते चोग खिलारदी है सुच्चे मोतियां दी, जदों हंस आके चुगदा है, उन्हां दा मिलाप हो जाता है। फिर सब्ज़ परी और हंस दोवें जने योजना बनाते हैं भी किस तरह उसनों मिलिया जाए। हंस रोज़ उडारी भर के दूर दूर उड़ के मीरजादे नूं लभदा है। एक दिन जंगल विच वो भुखे प्यासे लिस्से कमज़ोर और फटे हाल मीरजादे नूं पछाण के दोहां दा आपस विच मिलाप करा दिंदा है। 11वां प्रश्न है, मालन ने सब्ज़ परी नाल किवें धोखा कीता। जदों अपने देश वापसी समय सब्ज़ परी ते मीरजादा एक बाग में जाके ठहरते हैं, उत्थे उतरते हैं, तो उत्थे दी जो मालन है वो बड़ी चलाक है, बड़ी मक्कार है। वो उस तो सारा भेद उन्हां दी सारी जानकारी लैंदी है और फिर कहती है भी तुसी इत्थे ओले हो के नहा लो खूह दे कोल। जदों वो सब्ज़ परी उत्थे नहाउण बैठदी है तो जो मालन है वो धोखे नाल उसनूं धक्का दे के खूह विच सुੱਟ दिंदी है। उसका हार शिंगार, उसके कपड़े, उसका रूप बना के फिर वो मीरजादे अगे पेश हुंदी है कि मैं ही सब्ज़ परी हां और सप दे डंग दे जहर नाल मेरा रूप काला पै गया। इस तरह मालन थां थां ते उसनूं धोखा दिंदी है। जदों फुल रूप विच सब्ज़ परी शहजादे दे हत्थां विच महलां विच आंदी है तो फिर वो खेखण करदी है, पखंड करदी है। फिर वो कहंदी है भी इस फुल के प्रभाव नाल मैनू सिर पीड़ होने लग पई है, इसनूं जंगल में जाके छेती छेती सुटाओ। वो जो मिलाप होने वाला है उस मिलाप विच भी वो अपने मक्कारी नाल, अपनी बेईमानी नाल दोहां नूं फिर दोबारा दूर कर दिंदी है। अगला प्रश्न है, मीरजादे तो विछड़ के सब्ज़ परी ने उसनूं किवें मुड़ लभ्या। असी जानते हैं स्टोरी नूं भी जदों दोवें जने विछड़ गए, दूसरे देश पहुँच गई, राजे ने विआह की पेशकश की, 1 साल की मोहलत लई। जदों उस मोहलत विच उसनूं अलग महल पा दिता गया तो फिर वखरे महल विच उसकी छत ते अलग अलग चोग खिलारदी है। फिर उन्हां चोग विचों सुच्चे मोतियां दा ढेर ला दिंदी है। उसनूं आस है कि हंसां विचों उड़दा होया वो वाला हंस जो मददगार हंस है वो उत्थे आके जदों उस सुच्चे मोतियां दी चोग चुगेगा तो मिलाप कर लेगी। इस तरह जो अपनी सियाणप नाल सब्ज़ परी वो मोतियां दी चोग खिलार के हंस दा मिलाप कर लैंदी है। हुण जो हंस नूं मिल के फिर दोवें जने मीरजादे नूं लभदे ने। हंस उडारी भरदा है, जंगल विच भुखे प्यासे लिस्से फटे हाल मीरजादे नूं पछाण के वो जो हंस है दोहां दा मिलाप करा दिंदा है। इस सारे मिलाप विच सब्ज़ परी दी सियाणप और हंस दी मित्रता मददगार हुंदी है। इस तरह असीं देखिया भी जदों तुसीं इस पाठ नूं पढ़ोगे इस विच बहुत सारे संखेप प्रश्न निकलणगे भी कौन राजा कौन सी, उहदे किन्ने पुत्र सी, कौन जिहड़ा कुवारा सीगा, हुण वो पहली बार किद्दां वो निकलिया अपने देश चों घोड़े की सवारी करके या वो हंस की सवारी करके कित्थों कित्थों पार किया। इस कहानी के जितने भी तुसीं पाठ पढ़ते जाओगे अंडरलाइन कर जाना। संखेप प्रश्नों लई तुहाडी धरती तैयार हो जाएगी। तुहानूं ये कहानी किद्दां दी लगी? मैनूं तो बहुत चंगी लगी। अपने विचार मेरे नाल तुसीं जरूर कमेंट बॉक्स में शेयर करो तां जो साडा आपसी स्नेह आपसी प्यार बने रहे। तुहाडे ख्यालात मेरे तक और मेरे ख्यालात तुहाडे तक पहुँचते रहन। हुण तुसीं असीस रूप विच विदा दिओ। वाहिगुरू जी का खालसा, वाहिगुरू जी की फतेह। नवीं वीडियो समय सिर प्राप्त करने ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।